हेलो एवरीवन। आज ਆਪਾਂ ਕਰਾਂਗੇ ਲੈਸਨ 1 ਦ ਹੈਪੀ ਪ੍ਰਿੰਸ। ਇਹ ਕਹਾਣੀ ਹੈ ਇੱਕ ਹੈਪੀ ਪ੍ਰਿੰਸ ਦੀ ਜੋ ਹਮੇਸ਼ਾ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਰਿਹਾ। ਇੰਨਾ ਖੁਸ਼ ਰਿਹਾ ਕਿ ਉਸ ਦਾ ਨਾਂ ਵੀ ਹੈਪੀ ਰੱਖਿਆ ਗਿਆ। ਪਰ ਅੱਜ ਮਰਨ ਤੋਂ ਬਾਅਦ ਉਹ ਦੁਖੀ ਆ। ਉਹ ਕਿਉਂ ਦੁਖੀ ਹੈ ਅਤੇ ਉਸ ਦੇ ਇਸ ਦੁੱਖ ਦੇ ਵਿੱਚ ਸਵੋਲੋ ਪੰਛੀ ਨੇ ਕਿਸ ਤਰ੍ਹਾਂ ਉਸ ਦਾ ਸਾਥ ਦਿੱਤਾ, ਆਪਾਂ ਇਹ ਲੈਸਨ ਰੀਡ ਕਰਕੇ ਇਹੀ ਸਮਝਾਂਗੇ। ਹੁਣ ਆਪਾਂ ਸ਼ੁਰੂ ਕਰਦੇ ਹਾਂ ਇਹ ਲੈਸਨ। The Happy Prince was a beautiful statue. Happy Prince ਇੱਕ ਸੁੰਦਰ ਬੁੱਤ ਸੀ। He was covered with gold. ਉਹ ਸੋਨੇ ਨਾਲ ਟਕਿਆ ਹੋਇਆ ਸੀ। He had sapphires for eyes. ਉਸ ਦੀਆਂ ਅੱਖਾਂ ਲਈ ਨੀਲਮ ਸੀ। And a ruby in his sword. ਅਤੇ ਉਸ ਦੇ ਤਲਵਾਰ ਵਿੱਚ ਇੱਕ ਰੂਬੀ ਸੀ। Why did he want to part with all the gold and the precious stones that he had? तो ਉਹ ਆਪਣੇ ਕੋਲ ਮੌਜੂਦ ਸਾਰੇ ਸੋਨੇ ਅਤੇ ਕੀਮਤੀ ਪੱਥਰਾਂ ਨੂੰ ਕਿਉਂ ਛੱਡਣਾ ਜਾਂ ਉਹਨਾਂ ਤੋਂ ਕਿਉਂ ਅਲੱਗ ਹੋਣਾ ਚਾਹੁੰਦਾ ਸੀ। High above the city, on a tall column, stood the statue of the Happy Prince. ਸ਼ਹਿਰ ਦੇ ਉੱਪਰ ਇੱਕ ਉੱਚੇ ਥੰਮ ਤੇ ਹੈਪੀ ਪ੍ਰਿੰਸ ਦੀ ਮੂਰਤੀ ਖੜੀ ਸੀ। He was gilded all over with thin leaves of gold. Gilded यानी किसी चीज़ नाल टकिया होना। तो उस ਨੂੰ ਵਧੀਆ ਸੋਨੇ ਦੇ ਪਤਲੇ ਪੱਤੀਆਂ ਨਾਲ ਸੁਨਹਿਰੇ ਰੰਗ ਦਾ ਕੀਤਾ ਗਿਆ ਸੀ। ਉਹ ਪੂਰੀ ਤਰੀਕੇ ਨਾਲ ਸੋਨੇ ਨਾਲ ਟਕਿਆ ਹੋਇਆ ਸੀ। For eyes he had two white sapphires. ਉਸ ਦੀ ਅੱਖਾਂ ਲਈ ਬਹੁਤ ਚਮਕਦਾਰ ਨੀਲਮ ਸੀ। And a large red ruby glowed on his sword hilt. ਅਤੇ ਵੱਡੀ ਲਾਲ ਰੂਬੀ ਉਸ ਦੇ ਤਲਵਾਰ ਦੇ ਟਿੱਕੇ ਤੇ ਚਮਕ ਰਹੀ ਸੀ। One night there flew over the city a little swallow. ਇੱਕ ਰਾਤ ਸ਼ਹਿਰ ਉੱਤੇ ਇੱਕ ਛੋਟਾ ਜਿਹਾ ਅਬਾਬਿਲ ਯਾਨੀ ਕਿ ਸਵੋਲੋ ਪੰਛੀ ਉੜਿਆ। His friends had gone away to Egypt 6 weeks before. ਉਸ ਦੇ ਦੋਸਤ 6 ਹਫ਼ਤਾ ਪਹਿਲਾਂ ਮਿਸਰ ਚਲੇ ਗਏ ਸਨ। But he stayed behind. ਪਰ ਉਹ ਪਿੱਛੇ ਰਹਿ ਗਿਆ ਸੀ। Then he decided to go to Egypt too. ਫਿਰ ਉਸਨੇ ਵੀ ਮਿਸਰ ਜਾਣ ਦਾ ਫੈਸਲਾ ਕੀਤਾ। ਮਿਸਰ ਯਾਨੀ ਕਿ ਇਜਿਪਟ। All day long he flew. ਸਾਰਾ ਦਿਨ ਉਹ ਉੱਡਦਾ ਰਿਹਾ। And at night time he arrived at the city. ਅਤੇ ਰਾਤ ਨੂੰ ਉਹ ਸ਼ਹਿਰ ਪਹੁੰਚ ਗਿਆ। Where shall I put up? He said. ਮੈਂ ਕਿੱਥੇ ਰਹਾਂਗਾ? ਉਸਨੇ ਕਿਹਾ। I hope the town has made preparations. ਮੈਨੂੰ ਉਮੀਦ ਹੈ ਕਿ ਸ਼ਹਿਰ ਨੇ ਤਿਆਰੀ ਕਰ ਲਈ ਹੈ। Then he saw the statue on the tall column. ਫਿਰ ਉਸਨੇ ਉੱਚੇ ਖੰਭੇ ਤੇ ਬੁੱਤ ਨੂੰ ਦੇਖਿਆ। I will put up here, he cried. ਮੈਂ ਉੱਥੇ ਰਹਾਂਗਾ, ਉਸਨੇ ਕਿਹਾ। It is a fine position with plenty of fresh air. ਇਹ ਤਾਜ਼ੀ ਹਵਾ ਦੇ ਨਾਲ ਨਾਲ ਇੱਕ ਵਧੀਆ ਸਥਿਤੀ ਜਾਂ ਉਸ ਦੇ ਰਹਿਣ ਲਈ ਇੱਕ ਵਧੀਆ ਸਥਾਨ ਹੈ। So he alighted. Alighted ਯਾਨੀ ਉੜਦੇ ਉੜਦੇ ਨੀਚੇ ਨੂੰ ਆਣਾ। So he alighted just between the feet of the happy prince. ਇਸ ਲਈ ਉਹ ਹੈਪੀ ਪ੍ਰਿੰਸ ਦੇ ਪੈਰਾਂ ਵਿਚਕਾਰ ਉਤਰ ਗਿਆ। I have a golden bedroom, he said softly to himself as he looked around. ਮੇਰੇ ਕੋਲ ਇੱਕ ਸੁਨਹਿਰੀ ਬੈਡਰੂਮ ਹੈ, ਉਸਨੇ ਆਲੇ ਦੁਆਲੇ ਦੇਖਦੇ ਹੋਏ ਹੌਲੀ ਨਾਲ ਕਿਹਾ। And he prepared to go to sleep. ਅਤੇ ਉਸਨੇ ਸੌਣ ਲਈ ਆਪਣੇ ਆਪ ਨੂੰ ਤਿਆਰ ਕੀਤਾ। But just as he was putting his head under his wing, a large drop of water fell on him. ਪਰ ਜਿਵੇਂ ਹੀ ਉਹ ਆਪਣੇ ਖੰਭ ਹੇਠ ਆਪਣਾ ਸਿਰ ਰੱਖ ਰਿਹਾ ਸੀ, ਪਾਣੀ ਦੀ ਇੱਕ ਵੱਡੀ ਬੂੰਦ ਉਸ ਉੱਤੇ ਡਿੱਗ ਪਈ। What a curious thing, he cried. ਕਿੰਨੀ ਦਿਲਚਸਪ ਗੱਲ ਹੈ, ਉਸਨੇ ਕਿਹਾ। There is not a single cloud in the sky. ਆਕਾਸ਼ ਵਿੱਚ ਇੱਕ ਵੀ ਬੱਦਲ ਨਹੀਂ ਹੈ। The stars are quite clear and bright. ਅਤੇ ਤਾਰੇ ਬਿਲਕੁਲ ਸਾਫ਼-ਸਾਫ਼ ਨਜ਼ਰ ਆ ਰਹੇ ਹਨ ਅਤੇ ਚਮਕਦਾਰ ਹਨ। And yet it is raining. ਫਿਰ ਵੀ ਮੀਂਹ ਪੈ ਰਿਹਾ ਹੈ।
Then another drop fell. ਫਿਰ ਇੱਕ ਹੋਰ ਬੂੰਦ ਡਿੱਗ ਪਿਆ। What is the use of a statue if it cannot keep the rain off? He said. ਉਸ ਨੇ ਕਿਹਾ, ਬੁੱਤ ਦਾ ਕੀ ਫਾਇਦਾ ਜੇਕਰ ਇਹ ਮੀਂਹ ਨੂੰ ਨਹੀਂ ਰੋਕ ਸਕਦਾ। I must look for a good chimney pot. ਮੈਨੂੰ ਇੱਕ ਚੰਗੇ ਚਿਮਨੀ ਪੌਟ ਦੀ ਭਾਲ ਕਰਨੀ ਚਾਹੀਦੀ ਹੈ। ਇਸ ਨੂੰ ਆਪਾਂ ਕਹਿੰਦੇ ਹਾਂ ਚਿਮਨੀ ਪੌਟ। ਐਂਡ ਹੀ ਡਿਟਰਮਾਈਨਡ ਟੂ ਫਲਾਈ ਅਵੇ। ਅਤੇ ਉਸਨੇ ਉੱਡਣ ਦਾ ਪੱਕਾ ਇਰਾਦਾ ਬਣਾਇਆ। But before he opened his wings, a third drop fell. ਪਰ ਇਸ ਤੋਂ ਪਹਿਲਾਂ ਕਿ ਉਹ ਆਪਣੇ ਖੰਭ ਖੋਲ੍ਹਦਾ, ਇੱਕ ਤੀਸਰੀ ਬੂੰਦ ਡਿੱਗ ਪਈ। And he looked up. ਅਤੇ ਉਸਨੇ ਉੱਪਰ ਵੱਲ ਨੂੰ ਦੇਖਿਆ। And saw. ਆਹ। ਫਿਰ ਉਸਨੇ ਦੇਖਿਆ ਅਤੇ ਉਸ ਦੇ ਮੂੰਹੋਂ ਨਿਕਲਿਆ ਆਹ। ਮਤਲਬ ਕਿ ਉਸਨੇ ਕੁਝ ਦੁੱਖ ਨਾਲ ਭਰਿਆ ਹੋਇਆ ਦੇਖਿਆ। What did he see? ਉਸਨੇ ਕੀ ਦੇਖਿਆ? The eyes of the happy prince were filled with tears. Happy prince ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸੀ। And the tears were running down his golden cheeks. ਅਤੇ ਹੰਝੂ ਉਸ ਦੀਆਂ ਸੁਨਹਿਰੀ ਗੱਲਾਂ ਤੋਂ ਬਹਿ ਰਹੇ ਸਨ। His face was so beautiful in the moonlight that the swallow was filled with pity. ਪ੍ਰਿੰਸ ਦਾ ਚਿਹਰਾ ਚੰਨ ਦੀ ਰੋਸ਼ਨੀ ਵਿੱਚ ਇੰਨਾ ਸੁੰਦਰ ਲੱਗ ਰਿਹਾ ਸੀ ਕਿ ਛੋਟਾ ਸੋਲੋ ਪੰਛੀ ਤਰਸ ਨਾਲ ਭਰ ਗਿਆ ਸੀ। Who are you? he said. ਤੁਸੀਂ ਕੌਣ ਹੋ? ਉਸ ਨੇ ਕਿਹਾ, ਯਾਨੀ ਕਿ ਪੰਛੀ ਨੇ ਕਿਹਾ। I am the happy prince. ਮੈਂ ਹੈਪੀ ਪ੍ਰਿੰਸ ਹਾਂ। Why are you weeping then? asked the swallow. ਫਿਰ ਤੁਸੀਂ ਕਿਉਂ ਰੋ ਰਹੇ ਹੋ? ਸੋਲੋ ਪੰਛੀ ਨੇ ਪੁੱਛਿਆ ਕਿ ਜਦੀ ਤੁਸੀਂ ਹੈਪੀ ਪ੍ਰਿੰਸ ਹੋ, ਖੁਸ਼ ਰਾਜਕੁਮਾਰ ਹੋ, ਤਾਂ ਫਿਰ ਤੁਸੀਂ ਰੋ ਕਿਉਂ ਰਹੇ ਹੋ? ਯੂ ਹੈਵ ਕੁਆਇਟ ਡਰੈਂਚਡ ਮੀ। ਡਰੈਂਚ ਯਾਨੀ ਕਿ ਭਿਜਾ ਦੇਣਾ। ਤੁਸੀਂ ਮੈਨੂੰ ਬਹੁਤ ਭਿਜਾ ਦਿੱਤਾ ਹੈ। When I was alive and had a human heart, answered the statue, I did not know what tears were. ਕਿ ਜਦੋਂ ਮੈਂ ਜਿੰਦਾ ਸੀ ਅਤੇ ਮੇਰੇ ਕੋਲ ਇੱਕ ਮਨੁੱਖੀ ਦਿਲ ਸੀ, ਮੈਨੂੰ ਨਹੀਂ ਸੀ ਪਤਾ ਕਿ ਹੰਝੂ ਕੀ ਹਨ। ਇਹ ਜਵਾਬ ਹੈਪੀ ਪ੍ਰਿੰਸ ਦੀ ਬੁੱਤ ਨੇ ਇਹ ਪੰਛੀ ਨੂੰ ਦਿੱਤਾ। For I lived in a palace where sorrow is not allowed to enter. ਕਿਉਂਕਿ ਮੈਂ ਉਸ ਮਹਿਲ ਵਿੱਚ ਰਹਿੰਦਾ ਸੀ ਜਿੱਥੇ ਗਮ ਨੂੰ ਦਾਖਲ ਹੋਣ ਦੀ ਆਗਿਆ ਨਹੀਂ ਸੀ। My courtiers, courtiers यानी कि दरबारे, my courtiers called me happy prince, and happy indeed I was. ਮੇਰੇ ਦਰਬਾਰੀ ਮੈਨੂੰ ਹੈਪੀ ਪ੍ਰਿੰਸ ਕਹਿੰਦੇ ਸਨ ਅਤੇ ਅਸਲ ਵਿੱਚ ਵੀ ਮੈਂ ਖੁਸ਼ ਸੀ। So I lived, ਇਸੇ ਤਰ੍ਹਾਂ ਮੈਂ ਜਿਉਂਦਾ ਰਿਹਾ। And so I died, ਅਤੇ ਇਸੇ ਤਰ੍ਹਾਂ ਮੈਂ ਮਰ ਗਿਆ। ਯਾਨੀ ਕਿ ਮੈਂ ਸਾਰਾ ਜੀਵਨ ਬਹੁਤ ਖੁਸ਼ੀ ਬਿਤਾਇਆ। And now that I am dead, ਅਤੇ ਹੁਣ ਜਦੋਂ ਕਿ ਮੈਂ ਮਰ ਗਿਆ ਹਾਂ, they have set me up here so high. ਉਹਨਾਂ ਨੇ ਯਾਨੀ ਕਿ ਦਰਬਾਰੀਆਂ ਨੇ ਮੈਨੂੰ ਯਾਨੀ ਕਿ ਮੇਰੇ ਬੁੱਤ ਨੂੰ ਇੱਥੇ ਇੰਨਾ ਉੱਚਾ ਖੜਾ ਕਰ ਦਿੱਤਾ ਹੈ that I can see the ugliness and the misery of my city. ਕਿ ਮੈਂ ਆਪਣੇ ਸ਼ਹਿਰ ਦੀ ਬਦਸੂਰਤੀ ਅਤੇ ਸਾਰੇ ਦੁੱਖਾਂ ਨੂੰ ਦੇਖ ਸਕਦਾ ਹਾਂ। And though my heart is made of lead, yet I cannot choose but weep. ਅਤੇ ਭਾਵੇਂ ਮੇਰਾ ਦਿਲ ਸ਼ੀਸ਼ੇ ਦਾ ਬਣਿਆ ਹੋਇਆ ਹੈ ਯਾਨੀ ਕਿ ਬੇਜਾਨ ਹੈ, ਪਰ ਮੈਂ ਰੋਣ ਤੋਂ ਇਲਾਵਾ ਹੋਰ ਕੋਈ ਚੋਣ ਨਹੀਂ ਕਰ ਸਕਦਾ। ਕਿ ਸ਼ਹਿਰ ਦੇ ਵਿੱਚ ਇੰਨਾ ਦੁੱਖ ਹੈ ਕਿ ਮੇਰੇ ਅੱਖਾਂ 'ਚੋਂ ਅੰਜੂ ਬਹਿ ਰਹੇ ਸਨ। ਮੈਂ ਵੀ ਬਹੁਤ ਦੁਖੀ ਹੋ ਗਿਆ ਹਾਂ। What is it not solid gold? ਕੀ ਇਹ ਠੋਸ ਸੋਨਾ ਨਹੀਂ ਹੈ? said the swallow to himself. ਸੋਲੋ ਪੰਛੀ ਨੇ ਆਪਣੇ ਆਪ ਨੂੰ ਕਿਹਾ। ਇੱਥੇ ਸੋਲੋ ਦਾ ਮਤਲਬ ਹੈ ਕਿ ਕੀ ਇਹ ਇੱਕ ਨਿਰਜੀਵ ਚੀਜ਼ ਨਹੀਂ ਹੈ? He was too polite to make any personal remark. ਨਿਮਰ ਹੋਣ ਦੇ ਕਾਰਨ ਉਸਨੇ ਕੋਈ ਵੀ ਨਿੱਜੀ ਟਿੱਪਣੀ ਨਹੀਂ ਕੀਤੀ। Far away, continued the statue in a low musical voice. Far away यानी कि दूर। ਬੁੱਤ ਨੇ ਧੀਮੀ ਸੰਗੀਤਕ ਆਵਾਜ਼ ਵਿੱਚ ਆਪਣੀ ਗੱਲ ਜਾਰੀ ਰੱਖੀ।
Far away in a little street there is a poor house. ਦੂਰ ਇੱਕ ਛੋਟੀ ਜਿਹੀ ਗਲੀ ਵਿੱਚ ਇੱਕ ਗਰੀਬ ਘਰ ਹੈ, ਯਾਨੀ ਕਿ ਇਸ ਤਰ੍ਹਾਂ ਦਾ ਘਰ ਜਿਸ ਵਿੱਚ ਬਹੁਤ ਗਰੀਬੀ ਹੈ। One of the windows is open. ਇੱਕ ਖਿੜਕੀ ਖੁੱਲੀ ਹੈ। And through it I can see a woman seated at the table. ਅਤੇ ਇਸ ਖੁੱਲੀ ਖਿੜਕੀ ਵਿੱਚੋਂ ਮੈਂ ਇੱਕ ਮੇਜ਼ ਉੱਤੇ ਬੈਠੀ ਇੱਕ ਔਰਤ ਨੂੰ ਦੇਖ ਸਕਦਾ ਹਾਂ। Her face is thin and worn. ਉਸ ਦਾ ਚਿਹਰਾ ਪਤਲਾ ਅਤੇ ਖਰਾਬ ਹੈ। And she has coarse red hands. ਅਤੇ ਉਸ ਦੇ ਮੋਟੇ ਰੁੱਖੇ ਲਾਲ ਹੱਥ ਹਨ। All pricked by the needle. ਸਾਰੇ ਸੂਈ ਦੁਆਰਾ ਚੁੱਭੇ ਹੋਏ ਹਨ। For she is a seamstress. ਕਿਉਂਕਿ ਉਹ ਇੱਕ seamstress ਯਾਨੀ ਕਿ ਸਿਲਾਈ ਕਰਨ ਵਾਲੀ ਹੈ। She is embroidering यानी कि कढ़ाई करना flowers on a satin gown for the loveliest of queen's maids of honor to wear at the next court ball. ਉਹ ਅਗਲੀ ਕੋਰਟ ਬਾਲ ਯਾਨੀ ਕਿ ਮਹਿਲਾਂ ਦੇ ਵਿੱਚ ਜੋ ਡਾਂਸ ਦਾ ਪ੍ਰੋਗਰਾਮ ਹੁੰਦਾ ਹੈ ਉਹਨਾਂ ਨੂੰ ਆਪਾਂ ਕਹਿੰਦੇ ਆ ਕੋਰਟ ਬਾਲ। ਉਹ ਅਗਲੀ ਕੋਰਟ ਬਾਲ 'ਤੇ ਪਹਿਨਣ ਲਈ ਰਾਣੀ ਦੀਆਂ ਸਭ ਤੋਂ ਖੂਬਸੂਰਤ ਪਿਆਰੀ ਨੌਕਰਾਨੀਆਂ ਲਈ ਸਾਟਿਨ ਗਾਊਨ 'ਤੇ ਫੁੱਲਾਂ ਦੀ ਕਢਾਈ ਕਰ ਰਹੀ ਹੈ। In a bed in the corner of the room, her little boy is lying ill. ਕਮਰੇ ਦੇ ਕੋਨੇ ਵਿੱਚ ਇੱਕ ਬਿਸਤਰੇ ਉੱਤੇ ਉਸ ਦਾ ਛੋਟਾ ਬੇਟਾ ਜਾਂ ਛੋਟਾ ਲੜਕਾ ਬਿਮਾਰ ਪਿਆ ਹੋਇਆ ਹੈ। He has fever. ਉਸ ਨੂੰ ਬੁਖਾਰ ਹੈ। And is asking his mother to give him oranges. ਅਤੇ ਉਹ ਆਪਣੀ ਮਾਂ ਨੂੰ ਸੰਤਰੇ ਦੇਣ ਲਈ ਕਹਿ ਰਿਹਾ ਹੈ। His mother has nothing to give him. ਉਸ ਦੀ ਮਾਂ ਕੋਲ ਉਸ ਨੂੰ ਦੇਣ ਲਈ ਕੁਝ ਨਹੀਂ ਹੈ। But river water. ਸਿਰਫ ਨਦੀ ਦਾ ਪਾਣੀ ਹੈ। So he is crying. ਇਸ ਲਈ ਉਹ ਰੋ ਰਿਹਾ ਹੈ। Swallow, little swallow, will you not bring her the ruby out of my sword hilt? Swallow ਪੰਛੀ, ਛੋਟੀ swallow ਪੰਛੀ, ਕੀ ਤੁਸੀਂ ਮੇਰੀ ਤਲਵਾਰ ਦੀ ਨੋਕ ਵਿੱਚੋਂ ਰੂਬੀ ਨੂੰ ਕੱਢ ਕੇ ਉਸ ਨੂੰ ਨਹੀਂ ਦਿਓਗੇ? My feet are fastened to this pedestal and I cannot move. ਮੇਰੇ ਪੈਰ ਇਸ ਚੌਕੀ ਨਾਲ ਬੰਝੇ ਹੋਏ ਹਨ ਅਤੇ ਮੈਂ ਹਿਲ ਨਹੀਂ ਸਕਦਾ। ਪੈਡਿਸਟਲ ਆਪਾਂ ਕਿਸ ਨੂੰ ਕਹਿੰਦੇ ਆ? ਪੈਡਿਸਟਲ ਆਪਾਂ ਕਹਿੰਦੇ ਹਾਂ ਇਹ ਜੋ ਬੁੱਤ ਹੁੰਦਾ ਹੈ ਇਸ ਹਿੱਸੇ ਨੂੰ ਆਪਾਂ ਪੈਡਿਸਟਲ ਕਹਿੰਦੇ ਆ। I am waited for in Egypt, said the swallow. swallow ਪੰਛੀ ਨੇ ਕਿਹਾ, ਮੇਰੀ ਮਿਸਰ ਯਾਨੀ ਇਜਿਪਟ ਵਿੱਚ ਉਡੀਕ ਕੀਤੀ ਜਾ ਰਹੀ ਹੈ। My friends are flying up and down the Nile. ਮੇਰੇ ਦੋਸਤ ਨੀਲ ਨਦੀ ਉੱਤੇ ਉੱਡ ਰਹੇ ਹਨ। And talking to the lotus flowers. ਅਤੇ ਕਮਲ ਦੇ ਫੁੱਲਾਂ ਨਾਲ ਗੱਲਾਂ ਕਰ ਰਹੇ ਹਨ। Soon they will go to sleep. ਜਲਦੀ ਹੀ ਉਹ ਸੋ ਜਾਣਗੇ। The prince asked the swallow to stay with him for one night and be his messenger. ਰਾਜਕੁਮਾਰ ਨੇ ਸੋਲੋ ਬਰਡ ਨੂੰ ਇੱਕ ਰਾਤ ਲਈ ਉਸ ਦੇ ਨਾਲ ਰਹਿਣ ਅਤੇ ਉਸ ਦਾ ਦੂਤ ਬਣਨ ਲਈ ਕਿਹਾ। The boy is so thirsty. ਮੁੰਡਾ ਬਹੁਤ ਪਿਆਸਾ ਹੈ। And the mother so sad, he said. ਅਤੇ ਉਸ ਦੀ ਮਾਂ ਬਹੁਤ ਉਦਾਸ ਹੈ। ਇਹ ਗੱਲ ਰਾਜਕੁਮਾਰ ਨੇ ਕਹੀ। I don't think I like boys, answered the swallow bird. ਮੈਨੂੰ ਨਹੀਂ ਲੱਗਦਾ ਕਿ ਮੈਨੂੰ ਮੁੰਡੇ ਪਸੰਦ ਹਨ। swallow bird ਨੇ ਜਵਾਬ ਦਿੱਤਾ। I want to go to Egypt. ਮੈਂ ਮਿਸਰ ਜਾਣਾ ਚਾਹੁੰਦਾ ਹਾਂ। But the happy prince looked so sad that the little swallow was sorry. ਪਰ ਹੈਪੀ ਪ੍ਰਿੰਸ ਇੰਨਾ ਉਦਾਸ ਨਜ਼ਰ ਆ ਰਿਹਾ ਸੀ ਕਿ ਛੋਟੇ ਸੋਲੋ ਬਰਡ ਨੂੰ ਅਫਸੋਸ ਹੋਇਆ। It is very cold, he said. ਪੰਛੀ ਨੇ ਕਿਹਾ ਕਿ ਇੱਥੇ ਬਹੁਤ ਠੰਡ ਹੈ। But he agreed to stay with him for one night and be his messenger.
ਪਰ ਉਹ ਇੱਕ ਰਾਤ ਉਸ ਦੇ ਨਾਲ ਰਹਿਣ ਅਤੇ ਉਸ ਦਾ ਸੰਦੇਸ਼ਵਾਹਕ ਬਣਨ ਲਈ ਰਾਜੀ ਹੋ ਗਿਆ। ਥੈਂਕ ਯੂ ਲਿਟਲ ਸਵੋਲੋ, ਸੈਡ ਦ ਪ੍ਰਿੰਸ। ਪ੍ਰਿੰਸ ਨੇ ਸਵੋਲੋ ਪੰਛੀ ਨੂੰ ਧੰਨਵਾਦ ਕਿਹਾ। The swallow picked out the great ruby from the prince's sword. swallow ਪੰਛੀ ਨੇ ਪ੍ਰਿੰਸ ਦੀ ਤਲਵਾਰ ਵਿੱਚੋਂ ਵੱਡਾ ਰੂਬੀ ਕੱਢਿਆ and flew with it in his beak over the roofs of the town. ਅਤੇ ਸ਼ਹਿਰ ਦੀਆਂ ਛੱਤਾਂ ਉੱਤੋਂ ਆਪਣੀ ਚੁੰਝ ਵਿੱਚ ਰੂਬੀ ਨੂੰ ਲੈ ਕੇ ਉੱਡ ਗਿਆ। He passed by the cathedral tower. ਉਹ ਗਿਰਜਾ ਘਰ ਦੇ ਟਾਵਰ ਤੋਂ ਲੰਘਿਆ। ਗਿਰਜਾ ਘਰ ਯਾਨੀ ਕਿ ਚਰਚ। where the white marble angels were sculpted. ਜਿੱਥੇ ਚਿੱਟੇ ਸੰਗਮਰਮਰ ਦੇ ਦੂਤਾਂ ਯਾਨੀ ਐਂਜਲਸ ਪਰੀਆਂ ਦੀ ਮੂਰਤੀ ਬਣਾਈ ਹੋਈ ਸੀ। He passed by the palace and heard the sound of dancing. ਉਹ ਮਹਿਲ ਦੇ ਕੋਲ ਦੀ ਲੰਘਿਆ ਅਤੇ ਨੱਚਣ ਦੀ ਆਵਾਜ਼ ਉਸਨੇ ਸੁਣੀ। A beautiful girl came out on the balcony with her lover. ਇੱਕ ਸੁੰਦਰ ਕੁੜੀ ਆਪਣੇ ਪ੍ਰੇਮੀ ਨਾਲ ਬਾਲਕਨੀ ਵਿੱਚ ਬਾਹਰ ਆਈ। I hope my dress will be ready in time for the state ball. ਮੈਨੂੰ ਉਮੀਦ ਹੈ ਕਿ ਮੇਰੀ ਡਰੈਸ ਸਟੇਟ ਬਾਲ ਲਈ ਸਮੇਂ ਸਿਰ ਤਿਆਰ ਹੋ ਜਾਏਗੀ। She said, ਉਸਨੇ ਕਿਹਾ, I have ordered flowers to be embroidered on it. ਮੈਂ ਉਸ ਉੱਤੇ ਫੁੱਲਾਂ ਦੀ ਕਢਾਈ ਕਰਨ ਦਾ ਆਦੇਸ਼ ਦਿੱਤਾ ਹੈ। But the seamstresses are so lazy. ਪਰ ਇਹ ਜੋ ਦਰਜਾਨੀਆਂ ਹੁੰਦੀਆਂ ਹਨ ਇਹ ਬਹੁਤ ਆਲਸੀ ਹੁੰਦੀਆਂ ਹਨ। ਇੱਥੇ ਇੱਕ ਬਹੁਤ ਹੀ ਵੱਡਾ ਟੋਂਟ ਕੀਤਾ ਗਿਆ ਹੈ। ਆਪਾਂ ਉੱਧਰ ਦੇਖਿਆ ਸੀ ਕਿ ਉਹ ਜੋ ਸੀਮਸਟ੍ਰੈਸ ਸੀ ਯਾਨੀ ਕਿ ਦਰਜਾਨੀ, ਉਹ ਇੰਨਾ ਕਠਿਨ ਮਿਹਨਤ ਕਰਦੀ ਹੈ ਕਿ ਉਹਦੇ ਹੱਥਾਂ ਵਿੱਚ ਇੰਨੀ ਸੂਈਆਂ ਚੁੱਭ ਚੁੱਕੀਆਂ ਹਨ, ਉਹਦੇ ਹੱਥ ਵੀ ਰਫ ਹੋ ਗਏ ਅਤੇ ਉਸ ਦੇ ਕੋਲ ਆਪਣੇ ਬਿਮਾਰ ਬੇਟੇ ਲਈ ਸਮਾਂ ਵੀ ਨਹੀਂ ਹੈ। ਅਤੇ ਇੱਧਰ ਇਹ ਕੁੜੀ ਕਹਿ ਰਹੀ ਹੈ ਕਿ ਇਹ ਜੋ ਦਰਜਾਨੀਆਂ ਹੁੰਦੀਆਂ ਹਨ ਬੜੀ ਹੀ ਲੇਜ਼ੀ ਯਾਨੀ ਕਿ ਆਲਸੀ ਹੁੰਦੀਆਂ ਹਨ। He passed over the river. ਉਹ ਨਦੀ ਦੇ ਪਾਰ ਲੰਘਿਆ and saw the lanterns hanging on the masts of the ship. ਅਤੇ ਜਹਾਜ਼ਾਂ ਦੇ ਮਾਸਟਾਂ 'ਤੇ ਲੈਂਟਰਨ ਲਟਕਦਿਆਂ ਵੇਖਿਆ। At last he came to the poor house and looked in. ਆਖਰ ਉਹ ਗਰੀਬ ਘਰ ਆਇਆ ਅਤੇ ਅੰਦਰ ਵੇਖਿਆ। The boy was tossing feverishly. ਮੁੰਡਾ ਆਪਣੇ ਬਿਸਤਰੇ 'ਤੇ ਬੁਖਾਰ ਨਾਲ ਹਿਲ ਡੁਲ ਰਿਹਾ ਸੀ। And the mother had fallen asleep. She was so tired. ਅਤੇ ਮਾਂ ਸੋ ਗਈ ਸੀ ਕਿਉਂਕਿ ਉਹ ਬਹੁਤ ਥੱਕ ਗਈ ਸੀ। In he hopped. ਉਹ ਕੁੱਦਦਾ ਹੋਇਆ ਅੰਦਰ ਵੜਿਆ and laid the great ruby on the table beside the woman's thimble. ਅਤੇ ਔਰਤ ਦੇ ਅੰਗੂਠੇ ਦੇ ਕੋਲ ਮੇਜ਼ ਉੱਤੇ ਵੱਡੀ ਰੂਬੀ ਰੱਖ ਦਿੱਤੀ। ਇਸ ਨੂੰ ਆਪਾਂ ਕਹਿੰਦੇ ਹਾਂ ਥਿੰਬਲ। ਇਹ ਅੰਗੂਠੇ ਜਾਂ ਉਂਗਲਾਂ ਉੱਤੇ ਪਾਇਆ ਜਾਂਦਾ ਹੈ ਤਾਂ ਜੋ ਕਿ ਸੂਈਆਂ ਉਂਗਲਾਂ ਵਿੱਚ ਨਾ ਚੁਭਣ। Then he flew gently around the bend, fanning the boy's forehead with his wings. ਫਿਰ ਉਹ ਆਪਣੇ ਖੰਭਾਂ ਨਾਲ ਲੜਕੇ ਦੇ ਮੱਥੇ ਨੂੰ ਹਵਾ ਦਿੰਦੇ ਹੋਏ ਮੰਜੇ ਦੇ ਆਲੇ ਦੁਆਲੇ ਹੌਲੀ ਹੌਲੀ ਉੜਿਆ। How cool I feel, said the boy. ਕਿਵੇਂ ਮੈਂ ਠੰਡਾ ਮਹਿਸੂਸ ਕਰ ਰਿਹਾ ਹਾਂ, ਮੁੰਡੇ ਨੇ ਕਿਹਾ। I must be getting better. And he sank into a delicious slumber. Slumber ਯਾਨੀ ਕਿ ਨੀਂਦ। ਮੈਂ ਬਿਹਤਰ ਹੋ ਰਿਹਾ ਹੋਣਾ ਹੈ ਅਤੇ ਮੁੰਡਾ ਇੱਕ ਸਵਾਦੀ ਯਾਨੀ ਕਿ ਚੰਗੀ ਮਿੱਠੀ ਨੀਂਦ ਵਿੱਚ ਡੁੱਬ ਗਿਆ। Then the swallow flew back to the happy prince and told him what he had done. ਫਿਰ ਸਵਾਲੋ ਪੰਛੀ ਹੈਪੀ ਪ੍ਰਿੰਸ ਦੇ ਕੋਲ ਵਾਪਸ ਉੱਡ ਕੇ ਚਲਾ ਗਿਆ ਅਤੇ ਉਸ ਨੂੰ ਦੱਸਿਆ ਕਿ ਉਸਨੇ ਕੀ ਕੀਤਾ ਹੈ। It is curious, he remarked. ਇਹ ਰਹੱਸ ਹੈ, ਉਸਨੇ ਟਿੱਪਣੀ ਕੀਤੀ। ਕੀ ਰਹੱਸ ਹੈ ਆਪਾਂ ਦੇਖਦੇ ਹਾਂ। But I feel quite warm now, although it is so cold.
ਕਿ ਮੈਂ ਇੰਨਾ ਠੰਡਾ ਹੋਣ ਦੇ ਬਾਵਜੂਦ ਵੀ ਹੁਣ ਮੈਂ ਗਰਮ ਮਹਿਸੂਸ ਕਰ ਰਿਹਾ ਹਾਂ। ਗਰੀਬ ਮਾਂ ਅਤੇ ਬਿਮਾਰ ਬੱਚੇ ਦੀ ਮਦਦ ਕਰਕੇ ਸੋਲੋ ਪੰਛੀ ਬਹੁਤ ਚੰਗਾ ਮਹਿਸੂਸ ਕਰ ਰਿਹਾ ਸੀ। ਹੁਣ ਉਸ ਨੂੰ ਠੰਡ ਵੀ ਨਹੀਂ ਲੱਗ ਰਹੀ ਸੀ। This is because you have done a good action, said the prince. ਇਹ ਇਸ ਲਈ ਕਿਉਂਕਿ ਤੁਸੀਂ ਇੱਕ ਚੰਗਾ ਕੰਮ ਕੀਤਾ ਹੈ, ਪ੍ਰਿੰਸ ਨੇ ਕਿਹਾ। And the little swallow began to think. ਅਤੇ ਛੋਟਾ swallow bird ਸੋਚਣ ਲੱਗ ਪਿਆ। And then fell asleep. ਅਤੇ ਫਿਰ ਉਹ ਸੋ ਗਿਆ। Thinking always made him sleepy. ਸੋਚਣ ਨਾਲ ਉਸ ਨੂੰ ਹਮੇਸ਼ਾ ਨੀਂਦ ਆ ਜਾਂਦੀ ਸੀ। When the moon rose, he flew back to the happy prince. ਜਦੋਂ ਚੰਦਰਮਾ ਚੜ੍ਹਿਆ ਯਾਨੀ ਕਿ ਜਦੋਂ ਰਾਤ ਹੋਈ, ਉਹ ਹੈਪੀ ਪ੍ਰਿੰਸ ਕੋਲ ਵਾਪਸ ਉੱਡ ਗਿਆ। Have you any commissions for Egypt? Commissions ਯਾਨੀ ਕਿ ਕੰਮ। He cried. ਕੀ ਤੁਹਾਡੇ ਕੋਲ ਕੋਈ ਮਿਸਰ ਵਿੱਚ ਕੰਮ ਹੈ? ਉਸਨੇ ਪੁੱਛਿਆ। I am just starting. ਮੈਂ ਹੁਣੇ ਸ਼ੁਰੂ ਕਰ ਰਿਹਾ ਹਾਂ, ਯਾਨੀ ਕਿ ਮੈਂ ਇਜਿਪਟ ਲਈ ਜਰਨੀ ਆਪਣੀ ਸ਼ੁਰੂ ਕਰ ਰਿਹਾ ਹਾਂ। ਕੀ ਤੁਹਾਨੂੰ ਇਜਿਪਟ ਵਿੱਚ ਕੋਈ ਕੰਮ ਹੈ? Swallow, swallow, little swallow, said the prince. Will you stay with me one night longer? ਫਿਰ ਪ੍ਰਿੰਸ ਨੇ ਸੋਲੋ ਪੰਛੀ ਨੂੰ ਪੁੱਛਿਆ ਕਿ ਸੋਲੋ ਸੋਲੋ ਨਿੱਕੀ ਜਿਹੀ ਸੋਲੋ, ਕੀ ਤੁਸੀਂ ਮੇਰੇ ਨਾਲ ਇੱਕ ਹੋਰ ਰਾਤ ਲਈ ਰੁਕੋਗੇ? I am waited for in Egypt, answered the swallow. ਸੋਲੋ ਪੰਛੀ ਨੇ ਜਵਾਬ ਦਿੱਤਾ ਕਿ ਮੇਰਾ ਇੰਤਜ਼ਾਰ ਹੋ ਰਿਹਾ ਹੈ ਮਿਸਰ ਦੇ ਵਿੱਚ, ਇਜਿਪਟ ਦੇ ਵਿੱਚ। ਕਿ ਮੈਂ ਰੁਕ ਨਹੀਂ ਸਕਦਾ। Swallow, swallow, little swallow, said the prince. Far away across the city, I see a young man in a garret. ਕਿ ਪ੍ਰਿੰਸ ਨੇ ਕਿਹਾ, ਸਵੋਲੋ ਪੰਛੀ, ਛੋਟੇ ਜਿਹੇ ਸਵੋਲੋ ਪੰਛੀ, ਸ਼ਹਿਰ ਦੇ ਪਾਰ ਮੈਂ ਇੱਕ ਨੌਜਵਾਨ ਨੂੰ ਗੈਰਟ ਵਿੱਚ ਦੇਖਿਆ ਹੈ। ਇਸ ਤਰ੍ਹਾਂ ਦੇ ਜਗ੍ਹਾ ਨੂੰ ਆਪਾਂ ਗੈਰਟ ਕਹਿੰਦੇ ਹਾਂ। ਇਹ ਰੂਫ ਦੇ ਠੀਕ ਥੱਲੇ ਇੱਕ ਛੋਟਾ ਜਿਹਾ ਰੂਮ ਬਣਾਇਆ ਹੁੰਦਾ ਹੈ। He is leaning over a desk covered with papers. ਉਹ ਕਾਗਜ਼ਾਂ ਨਾਲ ਢਕੇ ਹੋਏ ਇੱਕ ਡੈਸਕ ਉੱਤੇ ਝੁਕਿਆ ਹੋਇਆ ਹੈ। ਲੀਨਿੰਗ ਮੀਨਸ ਝੁਕਣਾ। And in the glass by his side here is a bunch of withered flowers. ਅਤੇ ਉਸ ਦੇ ਕੋਲ ਸ਼ੀਸ਼ੇ ਵਿੱਚ ਸੁੱਕੀਆਂ ਹੋਈਆਂ ਵਾਇਲਟਸ ਦਾ ਇੱਕ ਬੰਚ ਹੈ, ਝੁੰਡ ਹੈ। ਇਸ ਤਰ੍ਹਾਂ ਦੇ ਫਲਾਵਰ ਨੂੰ ਆਪਾਂ ਲਿਲੀਸ ਕਹਿੰਦੇ ਹਾਂ। His hair is brown and crisp. ਉਸ ਦੇ ਵਾਲ ਬੂਰੇ ਅਤੇ ਕ੍ਰਿਸਪ ਹਨ, ਯਾਨੀ ਕਿ ਸਿੱਧੇ ਖੜੇ ਹਨ। And his lips are as red as a pomegranate. ਅਤੇ ਉਸ ਦੇ ਬੁੱਲ ਅਨਾਰ ਵਰਗੇ ਲਾਲ ਹਨ। And he has large and dreamy eyes. ਅਤੇ ਉਸ ਦੀ ਵੱਡੀ ਅਤੇ ਸੁਪਨੇ ਵਾਲੀ ਅੱਖਾਂ ਹਨ। He is trying to finish a play for the director of the theatre. ਉਹ ਥੀਏਟਰ ਦੇ ਨਿਰਦੇਸ਼ਕ ਯਾਨੀ ਕਿ ਡਾਇਰੈਕਟਰ ਲਈ ਇੱਕ ਨਾਟਕ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। But he is too cold to write anymore. ਪਰ ਹੁਣ ਉਹ ਲਿਖਣ ਲਈ ਬਹੁਤ ਠੰਡਾ ਹੈ, ਯਾਨੀ ਕਿ ਇੰਨਾ ਠੰਡ ਹੈ ਕਿ ਹੁਣ ਉਸ ਕੋਲੋਂ ਲਿਖਿਆ ਨਹੀਂ ਜਾ ਰਿਹਾ। There is no fire in the grate. ਗ੍ਰੇਟ ਦੇ ਵਿੱਚ ਅੱਗ ਨਹੀਂ ਹੈ। ਗ੍ਰੇਟ ਉਹ ਜਗ੍ਹਾ ਹੁੰਦੀ ਹੈ ਘਰਾਂ ਦੇ ਵਿੱਚ ਜਿੱਧਰ ਫਾਇਰ ਜਲਾਇਆ ਜਾਂਦਾ ਹੈ ਤਾਂ ਕਿ ਲੋਕ ਠੰਡ ਦੇ ਵਿੱਚ ਗਰਮ ਰਹਿ ਸਕਣ। ਐਂਡ ਹੰਗਰ ਹੈਜ਼ ਮੇਡ ਹਿਮ ਫੇਂਟ। ਅਤੇ ਭੁੱਖ ਨੇ ਉਸ ਨੂੰ ਬੇਹੋਸ਼ ਕਰ ਦਿੱਤਾ ਹੈ। ਯਾਨੀ ਕਿ ਇਸ ਰਾਈਟਰ ਨੂੰ ਭੁੱਖ ਵੀ ਲੱਗੀ ਹੋਈ ਹੈ ਅਤੇ ਉਸ ਨੂੰ ਬਹੁਤ ਠੰਡ ਵੀ ਲੱਗ ਰਹੀ ਹੈ ਅਤੇ ਕੋਈ ਫਾਇਰ ਵੀ ਨਹੀਂ ਹੈ ਜਿਸ ਤੋਂ ਉਹ ਆਪਣੇ ਆਪ ਨੂੰ ਗਰਮ ਕਰ ਸਕੇ। I will wait with you one night longer, said the swallow. ਮੈਂ ਤੁਹਾਡੇ ਨਾਲ ਇੱਕ ਰਾਤ ਹੋਰ ਰੁਕਾਂਗਾ। ਇਹ ਗੱਲ ਸਵੋਲੋ ਪੰਛੀ ਨੇ ਕਹੀ। Who really had a good heart. ਜਿਸ ਦਾ ਦਿਲ ਬਹੁਤ ਜ਼ਿਆਦਾ ਚੰਗਾ ਸੀ। He asked if he should take another ruby to the young playwright. ਅਤੇ ਉਸ ਨੇ ਇਸ ਬੁੱਤ ਨੂੰ ਪੁੱਛਿਆ ਕਿ ਕੀ ਉਹ ਨੌਜਵਾਨ ਨਾਟਕਕਾਰ ਲਈ ਇੱਕ ਹੋਰ ਰੂਬੀ ਲੈ ਜਾਵੇ। Alas,
I have no ruby now, said the prince. कि हाय, मेरे कोल हुन कोई रूबी नहीं है, प्रिंस ने कहा। My eyes are all that I have left. ਜੋ ਕੁਝ ਮੇਰੇ ਕੋਲ ਬਚਿਆ ਹੈ ਉਹ ਸਿਰਫ ਮੇਰੀਆਂ ਅੱਖਾਂ ਹਨ। They are made of rare sapphires. ਉਹ ਦੁਰਲਭ ਨੀਲਮ ਦੇ ਬਣੇ ਹੋਏ ਹਨ। Which were brought out of India a thousands years ago. ਜੋ 1000 ਸਾਲ ਪਹਿਲਾਂ ਭਾਰਤ ਤੋਂ ਬਾਹਰ ਲਿਆਂਦੇ ਗਏ ਹਨ। ਤੋ ਪ੍ਰਿੰਸ ਹੁਣ ਕਹਿ ਰਿਹਾ ਹੈ ਕਿ ਉਹਦੇ ਕੋਲ ਹੋਰ ਕੁਝ ਨਹੀਂ ਬਚਿਆ, ਸਿਰਫ ਉਹਦੀ ਸੈਫਾਇਰ ਤੋਂ ਬਣੀ ਹੋਈ ਅੱਖਾਂ ਹੀ ਬਚੀਆਂ ਹਨ। He ordered the swallow to pluck out one of them and take it to the playwright. ਉਸ ਨੇ ਸੋਲੋ ਪੰਛੀ ਨੂੰ ਹੁਕਮ ਦਿੱਤਾ ਕਿ ਉਹ ਉਹਨਾਂ ਵਿੱਚੋਂ ਇੱਕ ਸੈਫਾਇਰ ਨੂੰ ਕੱਢ ਲਵੇ ਅਤੇ ਨਾਟਕਕਾਰ ਕੋਲ ਲੈ ਜਾਵੇ। He will sell it to the jeweler and buy firewood and finish his play, he said. ਉਹ ਉਸ ਨੂੰ ਜੋਹਰੀ ਕੋਲ ਵੇਚ ਦੇਵੇਗਾ, ਯਾਨੀ ਕਿ ਨਾਟਕਕਾਰ ਉਸ ਸੈਫਾਇਰ ਨੂੰ, ਉਸ ਨੀਲਮ ਨੂੰ ਜੋਹਰੀ ਕੋਲ ਵੇਚ ਦੇਵੇਗਾ, ਬਾਲਣ ਖਰੀਦੇਗਾ ਅਤੇ ਆਪਣੀ ਕਹਾਣੀ ਖਤਮ ਕਰੇਗਾ। ਇਹ ਗੱਲ ਪ੍ਰਿੰਸ ਨੇ ਕਹੀ। Dear Prince, said the swallow, I cannot do that. And he began to weep. Weep यानी रोना। प्यारे राजकुमार, ਸੋਲੋ ਪੰਛੀ ਨੇ ਕਿਹਾ, ਮੈਂ ਅਜਿਹਾ ਨਹੀਂ ਕਰ ਸਕਤਾ ਅਤੇ ਉਹ ਰੋਣ ਲੱਗਾ। Swallow, swallow, little swallow, said the prince, do as I command you. ਕਿ ਰਾਜਕੁਮਾਰ ਨੇ ਕਿਹਾ, ਸੋਲੋ ਪੰਛੀ, ਛੋਟੀ ਜਿਹੀ ਸੋਲੋ ਪੰਛੀ, ਜਿਵੇਂ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਉੱਦਾਂ ਹੀ ਤੁਸੀਂ ਕਰੋ। ਇਹ ਗੱਲ ਰਾਜਕੁਮਾਰ ਨੇ ਸੋਲੋ ਪੰਛੀ ਨੂੰ ਕਹੀ। So the swallow plucked out the prince's eyes. ਇਸ ਲਈ ਸੋਲੋ ਪੰਛੀ ਨੇ ਰਾਜਕੁਮਾਰ ਦੀ ਅੱਖ ਕੱਢ ਲਈ। And flew away to the student's garret. ਅਤੇ ਵਿਦਿਆਰਥੀ ਦੇ ਗੈਰਟ ਵੱਲ ਸਿੱਧੇ ਤੀਰ ਵਾਂਗ ਉੜ ਗਿਆ। It was easy enough to get in. ਕਿ ਅੰਦਰ ਜਾਣਾ ਕਾਫੀ ਆਸਾਨ ਸੀ। As there was a hole in the roof. ਕਿਉਂਕਿ ਛੱਤ ਵਿੱਚ ਇੱਕ ਮੋਰੀ ਸੀ। Through this he darted and came into the room. ਇਸ ਰਾਹੀਂ ਉਹ ਸਿੱਧਾ ਉੜਿਆ ਅਤੇ ਰੂਮ ਵਿੱਚ ਆ ਗਿਆ। The young man had his head buried in his hands, so he did not hear the flutter of the bird's wing. ਨੌਜਵਾਨ ਨੇ ਆਪਣਾ ਸਿਰ ਆਪਣੇ ਹੱਥਾਂ ਵਿੱਚ ਦਬਿਆ ਹੋਇਆ ਸੀ, ਇਸ ਲਈ ਉਸ ਨੂੰ ਪੰਛੀ ਦੇ ਖੰਭਾਂ ਦੀ ਫੁੱਕ ਯਾਨੀ ਕਿ ਆਵਾਜ਼ ਸੁਣਾਈ ਨਹੀਂ ਦਿੱਤੀ। When he looked up, he found the beautiful sapphire lying on the withered violets. ਅਤੇ ਜਦੋਂ ਉਸ ਨੇ ਉੱਪਰ ਵੇਖਿਆ ਤਾਂ ਉਸ ਨੇ ਸੁੰਦਰ ਨੀਲਮ ਸੁੱਕੀਆਂ ਹੋਈਆਂ ਵਾਇਲਟਸ ਫਲਾਵਰਸ ਉੱਤੇ ਪਿਆ ਹੋਇਆ ਪਾਇਆ। ਇਸ ਤਰ੍ਹਾਂ ਦੇ ਹੁੰਦੇ ਹਨ ਵਾਇਲਟਸ ਫਲਾਵਰ। I am beginning to be appreciated, he cried. ਹੁਣ ਮੇਰੀ ਪ੍ਰਸ਼ੰਸਾ ਹੋ ਰਹੀ ਹੈ, ਉਸ ਨੇ ਇਹ ਗੱਲ ਕਹੀ, ਯਾਨੀ ਕਿ ਨਾਟਕਕਾਰ ਨੇ। This is from some great admirer. ਇਹ ਕਿਸੇ ਮਹਾਨ ਪ੍ਰਸ਼ੰਸਕ ਤੋਂ ਹੈ। Now I can finish my play and he looked quite happy. ਫਿਰ ਉਸ ਨਾਟਕਕਾਰ ਨੇ ਕਿਹਾ ਕਿ ਹੁਣ ਮੈਂ ਆਪਣਾ ਨਾਟਕ ਪੂਰਾ ਕਰ ਸਕਦਾ ਹਾਂ ਅਤੇ ਉਹ ਕਾਫੀ ਖੁਸ਼ ਦਿਖਾਈ ਦੇ ਰਿਹਾ ਸੀ। The next day the swallow flew down on the harbor. ਅਗਲੇ ਦਿਨ ਸੋਲੋ ਪੰਛੀ ਬੰਦਰਗਾਹ ਵੱਲ ਉੱਡ ਗਿਆ। He sat on the mast of a large vessel and watched the sailors working. ਉਹ ਇੱਕ ਵੱਡੇ ਬੇੜੇ ਦੇ ਮਾਸਟ ਉੱਤੇ ਬੈਠ ਕੇ ਮਲਾਹਾਂ ਨੂੰ ਕੰਮ ਕਰਦੇ ਦੇਖਣ ਲੱਗ ਪਿਆ। I am going to Egypt, cried the swallow. ਕਿ ਮੈਂ ਮਿਸਰ ਜਾ ਰਿਹਾ ਹਾਂ, ਸੋਲੋ ਪੰਛੀ ਨੇ ਕਿਹਾ। But nobody minded. ਪਰ ਕਿਸੇ ਨੂੰ ਵੀ ਕੋਈ ਪਰਵਾਹ ਨਹੀਂ ਸੀ, ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। And when the moon rose, he flew back to the happy prince. ਅਤੇ ਜਦੋਂ ਚੰਦਰਮਾ ਉੱਠਿਆ ਤਾਂ ਉਹ ਫਿਰ ਹੈਪੀ ਪ੍ਰਿੰਸ ਦੇ ਕੋਲ
ਵਾਪਸ ਚਲਾ ਗਿਆ। I have come to bid you goodbye, he cried. ਮੈਂ ਤੁਹਾਨੂੰ ਅਲਵਿਦਾ ਕਹਿਣ ਆਇਆ ਹਾਂ, ਉਸ ਨੇ ਕਿਹਾ। Swallow, swallow, little swallow, said the prince. Will you not stay with me one night longer? ਰਾਜਕੁਮਾਰ ਨੇ ਕਿਹਾ ਕਿ ਸੋਲੋ ਪੰਛੀ, ਛੋਟਾ ਸੋਲੋ ਪੰਛੀ, ਕੀ ਤੁਸੀਂ ਮੇਰੇ ਨਾਲ ਇੱਕ ਰਾਤ ਔਰ ਨਹੀਂ ਰੁਕੋਗੇ ਜਾਂ ਰਹੋਗੇ? It is winter, answered the swallow. ਇਹ ਸਰਦੀ ਹੈ, ਸੋਲੋ ਪੰਛੀ ਨੇ ਜਵਾਬ ਦਿੱਤਾ। And the snow will soon be here. ਅਤੇ ਬਰਫ਼ ਛੇਤੀ ਹੀ ਇੱਥੇ ਹੋਏਗੀ, ਯਾਨੀ ਕਿ ਛੇਤੀ ਹੀ ਇੱਥੇ ਬਰਫ਼ ਪੈਣ ਲੱਗ ਪਏਗੀ। In Egypt, the sun is warm on the green palm trees. ਮਿਸਰ ਵਿੱਚ ਹਰੇ ਖਜੂਰ ਦੇ ਰੁੱਖਾਂ ਉੱਤੇ ਸੂਰਜ ਨਿੱਘਾ ਹੁੰਦਾ ਹੈ। And the crocodiles lie in the mud and look lazily about them. ਅਤੇ ਮਗਰਮੱਛ ਚਿੱਕੜ ਵਿੱਚ ਪਏ ਰਹਿੰਦੇ ਹਨ ਅਤੇ ਆਪਣੇ ਆਲੇ ਦੁਆਲੇ ਆਲਸ ਨਾਲ ਦੇਖਦੇ ਹਨ। ਯਾਨੀ ਕਿ ਮਿਸਰ ਵਿੱਚ ਮੌਸਮ ਵੀ ਬਹੁਤ ਅੱਛਾ ਹੈ ਤੋ ਉਧਰ ਕਰਨ ਨੂੰ ਵੀ ਕੁਝ ਖਾਸ ਨਹੀਂ ਹੈ। In the square below, said the happy prince, there stands a little match girl. ਕਿ ਹੇਠਾਂ ਚੌਂਕ ਵਿੱਚ ਇੱਕ ਛੋਟੀ ਜਿਹੀ ਮਾਚਿਸ ਵੇਚਣ ਵਾਲੀ ਕੁੜੀ ਖੜੀ ਹੈ। She has let her matches fall in the gutter. ਉਸ ਨੇ ਆਪਣੇ ਮਾਚਿਸ ਨਾਲੇ ਵਿੱਚ ਡਿੱਗਣ ਦਿੱਤੇ ਹਨ, ਯਾਨੀ ਕਿ ਉਸ ਦੇ ਮਾਚਿਸ ਸਾਰੇ ਗਟਰ ਵਿੱਚ ਡਿੱਗ ਪਏ ਹਨ। And they are all spoiled. ਅਤੇ ਉਹ ਸਾਰੇ ਖਰਾਬ ਹੋ ਗਏ ਹਨ। Her father will beat her. ਉਸ ਦਾ ਪਿਤਾ ਉਸ ਨੂੰ ਕੁੱਟੇਗਾ। If she does not bring home some money. ਜੇਕਰ ਉਹ ਘਰ ਵਿੱਚ ਕੁਝ ਪੈਸੇ ਨਹੀਂ ਲਿਆਉਂਦੀ। And she is crying. ਅਤੇ ਉਹ ਰੋ ਰਹੀ ਹੈ। She has no shoes or stockings. ਉਸ ਦੇ ਕੋਲ ਜੁੱਤੀਆਂ ਜਾਂ ਜੁਰਾਬਾਂ ਨਹੀਂ ਹਨ। And her little head is bare. ਅਤੇ ਉਸ ਦਾ ਛੋਟਾ ਜਿਹਾ ਸਿਰ ਨੰਗਾ ਹੈ। Pluck out my other eye. ਮੇਰੀ ਦੂਜੀ ਅੱਖ ਕੱਢ ਲਓ। And give it to her. ਅਤੇ ਉਸ ਨੂੰ ਦੇ ਦਿਓ। And her father will not beat her. ਅਤੇ ਉਸ ਦਾ ਪਿਤਾ ਉਸ ਨੂੰ ਨਹੀਂ ਕੁੱਟੇਗਾ। ਯਾਨੀ ਕਿ ਉਸ ਛੋਟੀ ਜਿਹੀ ਕੁੜੀ ਕੋਲੋਂ ਸਾਰੇ ਮੈਚਸ ਨਾਲੇ ਦੇ ਵਿੱਚ ਡਿੱਗ ਗਏ ਹਨ। ਹੁਣ ਉਹ ਕੁਝ ਵੇਚ ਨਹੀਂ ਸਕੂਗੀ ਕਿਉਂਕਿ ਉਹ ਤਾਂ ਸਾਰੇ ਖਰਾਬ ਹੋ ਗਏ ਹਨ। ਫਿਰ ਉਹ ਪੈਸੇ ਨਹੀਂ ਲੈ ਕੇ ਜਾਊਗੀ ਘਰ, ਤਾਂ ਉਸ ਦਾ ਪਿਤਾ ਉਹਨੂੰ ਕੁੱਟੇਗਾ। ਪਰ ਜਦੋਂ ਉਹਨੂੰ ਇੱਕ ਨੀਲਮ ਮਿਲ ਜਾਵੇ ਅਤੇ ਉਹ ਘਰ ਲੈ ਜਾਵੇ, ਫਿਰ ਉਸ ਦਾ ਪਿਤਾ ਉਹਨੂੰ ਨਹੀਂ ਕੁੱਟੇਗਾ। I will stay with you one night longer, said the swallow. ਮੈਂ ਇੱਕ ਰਾਤ ਹੋਰ ਤੁਹਾਡੇ ਨਾਲ ਰਹਾਂਗਾ, ਸੋਲੋ ਪੰਛੀ ਨੇ ਕਿਹਾ। But I cannot pluck your eye. You would be quite blind then. ਪਰ ਮੈਂ ਤੁਹਾਡੀ ਅੱਖ ਨਹੀਂ ਕੱਢ ਸਕਦਾ, ਤਦੋਂ ਤੁਸੀਂ ਕਾਫੀ ਅੰਨੇ ਹੋ ਜਾਓਗੇ, ਕਿਉਂਕਿ ਉਸ ਦਾ ਇੱਕ ਅੱਖ ਤੋਂ ਪਹਿਲੇ ਹੀ ਕੱਢ ਲਿਆ ਗਿਆ ਹੈ। ਹੁਣ ਦੂਜਾ ਵੀ ਕੱਢ ਲਿਆ ਜਾਏਗਾ ਤਾਂ ਉਹ ਅੰਨਾ ਹੋ ਜਾਏਗਾ। Swallow, swallow, little swallow, said the prince. Do as I command you. ਕਿ ਸੋਲੋ ਪੰਛੀ, ਰਾਜਕੁਮਾਰ ਨੇ ਕਿਹਾ ਕਿ ਸੋਲੋ ਪੰਛੀ, ਨਿੱਕਾ ਜਿਹਾ ਸੋਲੋ ਪੰਛੀ, ਜਿਵੇਂ ਮੈਂ ਤੈਨੂੰ ਹੁਕਮ ਦਿੰਦਾ ਹਾਂ ਤੁਸੀਂ ਉੱਦਾਂ ਹੀ ਕਰੋ। So he plucked out the prince's other eye and darted down with it. ਇਸ ਲਈ ਉਸ ਨੇ ਰਾਜਕੁਮਾਰ ਦੀ ਦੂਜੀ ਅੱਖ ਕੱਢ ਲਈ ਅਤੇ ਇਸ ਨਾਲ ਹੇਠਾਂ ਉੱਡ ਗਿਆ। He swooped past the match girl and slipped the jewel into the palm of her hand. ਉਹ ਤੇਜ਼ੀ ਨਾਲ ਉੱਡਦਾ ਹੋਇਆ ਮਾਚਿਸ ਵਾਲੀ ਕੁੜੀ ਦੇ ਹੱਥ ਦੀ ਹਥੇਲੀ ਵਿੱਚ ਚੁਪਕੇ ਨਾਲ ਗਹਿਣਾ ਰੱਖ ਦਿੱਤਾ। What a lovely bit of glass, cried the little girl. ਕਿੰਨਾ ਸੋਹਣਾ ਕੱਚ ਦਾ ਟੁਕੜਾ ਹੈ, ਛੋਟੀ ਕੁੜੀ ਨੇ ਕਿਹਾ। And she ran home laughing. ਅਤੇ ਉਹ ਹੱਸਦੀ ਹੋਈ ਘਰ ਨੂੰ ਭੱਜ ਗਈ। Then the swallow came back to the prince.
ਫਿਰ ਸੋਲੋ ਪੰਛੀ ਰਾਜਕੁਮਾਰ ਕੋਲ ਵਾਪਸ ਆਇਆ। ਯੂ ਆਰ ਬਲਾਈਂਡ ਨਾਓ, ਹੀ ਸੈਡ, ਸੋ ਆਈ ਵਿਲ ਸਟੇ ਵਿਦ ਯੂ ਆਲਵੇਜ਼। ਫਿਰ ਸੋਲੋ ਪੰਛੀ ਨੇ ਕਿਹਾ, ਤੁਸੀਂ ਹੁਣ ਅੰਨੇ ਹੋ ਗਏ ਹੋ, ਇਸ ਲਈ ਮੈਂ ਹਮੇਸ਼ਾ ਲਈ ਤੁਹਾਡੇ ਨਾਲ ਰਹਾਂਗਾ। No, little swallow, said the poor prince, you must go to Egypt. ਵਿਚਾਰੇ ਰਾਜਕੁਮਾਰ ਨੇ ਕਿਹਾ ਕਿ ਨਹੀਂ ਨਿੱਕਾ ਜਿਹਾ ਸੋਲੋ ਪੰਛੀ, ਤੁਹਾਨੂੰ ਮਿਸਰ ਜਾਣਾ ਚਾਹੀਦਾ ਹੈ। No, I will stay with you always, said the swallow, and he slept at the prince's feet. ਨਹੀਂ, ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ, ਸੋਲੋ ਪੰਛੀ ਨੇ ਕਿਹਾ ਅਤੇ ਉਹ ਰਾਜਕੁਮਾਰ ਦੇ ਪੈਰਾਂ ਕੋਲ ਸੋ ਗਿਆ। All the next day he sat on the prince's shoulder. ਅਗਲੇ ਪੂਰੇ ਦਿਨ ਉਹ ਰਾਜਕੁਮਾਰ ਦੇ ਮੋਢੇ 'ਤੇ ਬੈਠਾ ਰਿਹਾ। And told him stories of what he has seen in strange land. ਅਤੇ ਉਸ ਨੂੰ ਕਹਾਣੀਆਂ ਸੁਣਾਈਆਂ ਜੋ ਉਸ ਨੇ ਅਜੀਬ ਦੇਸ਼ਾਂ ਵਿੱਚ ਵੇਖਿਆ ਸੀ। Dear little swallow, said the prince, you tell me of marvelous things, but more marvelous than anything is the suffering of men and women. ਫਿਰ ਪ੍ਰਿੰਸ ਨੇ ਕਿਹਾ, ਪਿਆਰੇ ਨਿੱਕੇ ਸੋਲੋ ਪੰਛੀ, ਤੁਸੀਂ ਮੈਨੂੰ ਅਦਭੁਤ ਚੀਜ਼ਾਂ ਬਾਰੇ ਦੱਸਦੇ ਹੋ, ਪਰ ਮਰਦਾਂ ਅਤੇ ਔਰਤਾਂ ਦਾ ਦੁੱਖ ਕਿਸੇ ਵੀ ਚੀਜ਼ ਨਾਲੋਂ ਵੱਧ ਰਹੱਸਮਈ ਹੈ, ਯਾਨੀ ਕਿ ਵੱਧ ਉੱਚਾ ਹੈ। There is no mystery so great as misery. ਦੁੱਖ ਜਿੰਨਾ ਵੱਡਾ ਕੋਈ ਰਹੱਸ ਨਹੀਂ ਹੈ, ਯਾਨੀ ਕਿ ਕੋਈ ਨਹੀਂ ਜਾਣਦਾ ਕਿ ਦੁੱਖ ਸਾਨੂੰ ਕਿਉਂ ਮਿਲਦਾ ਹੈ, ਕਿੰਨਾ ਮਿਲੂਗਾ ਜਾਂ ਕਦ ਤੱਕ ਮਿਲੂਗਾ। Fly over my city, ਮੇਰੇ ਸ਼ਹਿਰ ਤੋਂ ਉੱਡੋ, ਮੇਰੇ ਸ਼ਹਿਰ ਤੇ ਉੱਤੇ ਉੱਡੋ। ਲਿਟਲ ਸੋਲੋ ਐਂਡ ਟੈਲ ਮੀ ਵਟ ਯੂ ਸੀ there. ਤੂੰ ਮੇਰੇ ਸ਼ਹਿਰ 'ਤੇ ਉੱਡੋ ਛੋਟੇ ਸੋਲੋ ਪੰਛੀ, ਅਤੇ ਮੈਨੂੰ ਦੱਸੋ ਕਿ ਤੁਸੀਂ ਉੱਥੇ ਕੀ ਦੇਖਦੇ ਹੋ। So the swallow flew over the great city. ਇਸ ਲਈ ਸੋਲੋ ਪੰਛੀ ਵੱਡੇ ਸ਼ਹਿਰ ਉੱਤੇ ਉੱਡਿਆ। And saw the rich making merry in their beautiful houses. ਅਤੇ ਉਸ ਨੇ ਅਮੀਰਾਂ ਨੂੰ ਆਪਣੇ ਸੁੰਦਰ ਘਰਾਂ ਵਿੱਚ ਆਨੰਦ ਕਰਦੇ ਵੇਖਿਆ। While the beggars were sitting at the gates. ਜਦੋਂ ਕਿ ਭਿਖਾਰੀ ਦਰਵਾਜ਼ਿਆਂ 'ਤੇ ਬੈਠੇ ਸਨ। He flew into the dark lanes. ਉਹ ਹਨੇਰੀ ਗਲੀਆਂ ਵਿੱਚ ਉੱਡਿਆ। And saw the white faces of the starving children looking out listlessly at the black streets. ਅਤੇ ਉਸਨੇ ਭੁੱਖੇ ਮਰ ਰਹੇ ਬੱਚੇ ਦੇ ਚਿੱਟੇ ਚਿਹਰਿਆਂ ਨੂੰ ਕਾਲੀਆਂ ਸੜਕਾਂ 'ਤੇ ਬੇਸੁੱਧ, ਜਿਨ੍ਹਾਂ ਵਿੱਚ ਕੋਈ ਜਾਨ ਨਹੀਂ ਹੁੰਦੀ, ਕੋਈ ਚਾਮ ਨਹੀਂ ਹੁੰਦਾ, ਨਾਲ ਦੇਖਦੇ ਹੋਏ ਵੇਖਿਆ। ਅੰਡਰ ਦਾ ਆਰਕਵੇ ਆਫ ਦਾ ਬ੍ਰਿਜ। ਆਰਕਵੇ ਇਸ ਨੂੰ ਕਹਿੰਦੇ ਹਾਂ, ਇਸ ਨੂੰ ਆਪਾਂ ਆਰਕ ਕਹਿੰਦੇ ਹਾਂ, ਇਹ ਨੀਚੇ ਵਾਲੇ ਹਿੱਸੇ ਨੂੰ ਆਪਾਂ ਕਹਿੰਦੇ ਹਾਂ ਆਰਕਵੇ। ਅੰਡਰ ਦਾ ਆਰਕਵੇ ਆਫ ਦਾ ਬ੍ਰਿਜ ਟੂ ਲਿਟਲ ਬॉयਜ਼ ਵਰ ਲਾਈਂਗ ਇਨ ਈਚ ਅਦਰਸ ਆਰਮਸ ਟੂ ਟਰਾਈ ਐਂਡ ਕੀਪ ਦੈਮਸੈਲਵਸ ਵਾਰਮ। ਇੱਕ ਪੁਲ ਦੇ ਆਰਕਵੇ ਦੇ ਹੇਠਾਂ ਦੋ ਛੋਟੇ ਬੱਚੇ ਮੁੰਡੇ ਆਪਣੇ ਆਪ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰਨ ਲਈ ਇੱਕ ਦੂਜੇ ਦੀਆਂ ਬਾਹਾਂ ਵਿੱਚ ਲੇਟੇ ਹੋਏ ਸਨ। ਹਾਊ ਹੰਗਰੀ ਆਰ ਵੀ, ਦੇ ਸੈਡ। ਅਸੀਂ ਕਿੰਨੇ ਭੁੱਖੇ ਹਾਂ, ਉਹਨਾਂ ਨੇ ਕਿਹਾ। ਯੂ ਮਸਟ ਨਾਟ ਲਾਈ ਹੇਅਰ, ਸ਼ਾਊਟਡ ਦਾ ਵਾਚਮੈਨ। ਤੁਹਾਨੂੰ ਇੱਥੇ ਲੇਟਣਾ ਨਹੀਂ ਚਾਹੀਦਾ, ਚੌਕੀਦਾਰ ਨੇ ਚੀਕਿਆ। ਐਂਡ ਦੇ wandered out into the rain. ਅਤੇ ਉਹ ਬਾਰਿਸ਼ ਵਿੱਚ ਭਟਕਦੇ ਚਲੇ ਗਏ। Then he flew back and told the prince what he had seen. ਫਿਰ ਉਹ ਵਾਪਸ ਉੱਡਿਆ ਅਤੇ ਰਾਜਕੁਮਾਰ ਨੂੰ ਦੱਸਿਆ ਕਿ ਉਸਨੇ ਕੀ ਦੇਖਿਆ ਹੈ। I am covered with fine gold, said the prince. ਮੈਂ ਵਧੀਆ ਸੋਨੇ ਨਾਲ ਢਕਿਆ ਹੋਇਆ ਹਾਂ, ਪ੍ਰਿੰਸ ਨੇ ਕਿਹਾ। You must take it off leaf by leaf. ਤੁਹਾਨੂੰ ਇਸ ਨੂੰ ਪੱਤੇ ਦਰ ਪੱਤੀ ਲਾਹ ਲੈਣਾ ਚਾਹੀਦਾ ਹੈ। And give it to the poor. ਅਤੇ ਗਰੀਬਾਂ ਨੂੰ ਦੇ ਦੇਣਾ ਚਾਹੀਦਾ ਹੈ। The living always think that gold can make them happy.
ਜਿਉਂਦੇ ਲੋਕ ਹਮੇਸ਼ਾ ਸੋਚਦੇ ਹਨ ਕਿ ਸੋਨਾ ਉਹਨਾਂ ਨੂੰ ਖੁਸ਼ ਕਰ ਸਕਦਾ ਹੈ। ਲੀਫ ਆਫਟਰ ਲੀਫ ਆਫ ਦ ਫਾਈਨ ਗੋਲਡ ਦ ਸਵੈਲੋ ਪਿਕਡ ਆਫ। ਸੁਨਹਿਰੀ ਸੋਨੇ ਦੇ ਪੱਤੇ ਤੋਂ ਬਾਅਦ ਪੱਤਾ ਯਾਨੀ ਕਿ ਸਾਰੀ ਸੁਨਹਿਰੀ ਦੇ ਪੱਤੇ ਸਵੈਲੋ ਪੰਛੀ ਨੇ ਉਤਾਰ ਦਿੱਤਾ। till the happy prince looked quite dull and grey। ਔਰ ਤਦ ਤੱਕ ਉਤਾਰਦਾ ਰਿਹਾ ਜਦੋਂ ਤੱਕ ਕਿ ਹੈਪੀ ਪ੍ਰਿੰਸ ਕਾਫੀ ਨੀਰਸ ਅਤੇ ਸਲੇਟੀ ਰੰਗ ਦਾ ਨਹੀਂ ਦਿਖਾਈ ਦੇਣ ਲੱਗ ਪਿਆ। ਹਲੇ ਤੱਕ ਤਾਂ ਉਹ ਗੋਲਡਨ ਕਲਰ ਦਾ ਦਿਖਾਈ ਦਿੰਦਾ ਸੀ ਕਿਉਂਕਿ ਉਹਦੇ ਸਰੀਰ 'ਤੇ ਗੋਲਡ ਚੜਿਆ ਹੋਇਆ ਸੀ। ਹੁਣ ਜਦ ਕਿ ਸਾਰਾ ਗੋਲਡ ਉਤਰ ਰਿਹਾ ਹੈ ਤਾਂ ਉਹ ਸਲੇਟੀ ਰੰਗ ਦਾ ਯਾਨੀ ਕਿ ਗ੍ਰੇ ਕਲਰ ਦਾ ਦਿਖਾਈ ਦੇਣ ਲੱਗ ਪਿਆ ਹੈ। Leaf after leaf of the fine gold he brought to the poor। ਵਧੀਆ ਸੋਨੇ ਦੇ ਪੱਤੇ ਯਾਨੀ ਖੂਬ ਸਾਰੇ ਸੋਨੇ ਦੇ ਪੱਤੇ ਉਹ ਸਵੈਲੋ ਪੰਛੀ ਗਰੀਬਾਂ ਲਈ ਲੈ ਆਇਆ। ਐਂਡ the children's faces grew rosier। ਅਤੇ ਬੱਚਿਆਂ ਦੇ ਚਿਹਰੇ ਰੌਸ਼ਨ ਹੋ ਗਏ। ਐਂਡ they laughed and played in the street। ਅਤੇ ਉਹ ਗਲੀ ਵਿੱਚ ਹੱਸਦੇ ਔਰ ਖੇਡਦੇ ਸਨ। ਹੁਣ ਉਹ ਹੱਸ ਰਹੇ ਸਨ ਅਤੇ ਖੇਡ ਵੀ ਰਹੇ ਸਨ। We have bread now they cried। ਉਹਨਾਂ ਨੇ ਕਿਹਾ ਕਿ ਸਾਡੇ ਕੋਲ ਹੁਣ ਰੋਟੀ ਹੈ। Then the snow came। ਫਿਰ ਬਰਫ਼ ਹੋਈ। And after the snow came the frost। ਅਤੇ ਬਰਫ਼ ਤੋਂ ਬਾਅਦ ਠੰਡ ਯਾਨੀ ਕਿ ਕੋਹਰਾ ਪਿਆ। The street looked as if they were made of silver। ਗਲੀਆਂ ਇੰਜ ਲੱਗਦੀਆਂ ਸਨ ਜਿਵੇਂ ਕਿ ਉਹ ਚਾਂਦੀ ਦੀਆਂ ਬਣੀਆਂ ਹੋਣ ਕਿਉਂਕਿ ਬਰਫ਼ ਵਾਈਟ ਕਲਰ ਦਾ ਹੁੰਦਾ ਹੈ। Everybody went about in furs। ਹਰ ਕੋਈ ਫਰ ਵਿੱਚ ਘੁੰਮ ਰਿਹਾ ਸੀ ਯਾਨੀ ਕਿ ਫਰ ਦੇ ਕੱਪੜੇ ਪਾਏ ਹੋਏ ਸਨ। And the little boys wore scarlet caps। ਅਤੇ ਛੋਟੇ ਮੁੰਡਿਆਂ ਨੇ ਲਾਲ ਰੰਗ ਦੀਆਂ ਟੋਪੀਆਂ ਪਹਿਨੀਆਂ। And skated on the ice। ਅਤੇ ਬਰਫ਼ ਉੱਤੇ ਸਕੇਟਿੰਗ ਕੀਤੀ ਯਾਨੀ ਕਿ ਬਹੁਤ ਜ਼ਿਆਦਾ ਠੰਡ ਸੀ। The poor little swallow grew colder and colder। ਗਰੀਬ ਸਵੈਲੋ ਪੰਛੀ ਦੀ ਠੰਡ ਵੱਧਦੀ ਗਈ। But he would not leave the prince। ਪਰ ਉਸ ਨੇ ਰਾਜਕੁਮਾਰ ਨੂੰ ਨਹੀਂ ਛੱਡਿਆ। He loved him too well। ਉਹ ਉਸ ਨੂੰ ਬਹੁਤ ਪਿਆਰ ਕਰਦਾ ਸੀ। ਇਸ ਲਈ ਠੰਡ ਵਧਣ ਦੇ ਬਾਵਜੂਦ ਉਸਨੇ ਰਾਜਕੁਮਾਰ ਨੂੰ ਨਹੀਂ ਛੱਡਿਆ। He picked up crumbs outside the baker's door when the baker was not looking। ਉਸ ਨੇ ਬੇਕਰ ਦੇ ਦਰਵਾਜ਼ੇ ਦੇ ਬਾਹਰ ਰੋਟੀ ਦੇ ਟੁਕੜੇ ਚੁੱਕ ਲਏ ਅਤੇ ਚੁੱਕ ਲਏ ਜਦੋਂ ਕਿ ਬੇਕਰ ਨਹੀਂ ਦੇਖ ਰਿਹਾ ਸੀ। And tried to keep himself warm by flapping his wings। ਅਤੇ ਉਸਨੇ ਆਪਣੇ ਖੰਭ ਫੜਫੜਾ ਕੇ ਆਪਣੇ ਆਪ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕੀਤੀ। But at last he knew he was going to die। ਪਰ ਆਖਰਕਾਰ ਉਸ ਨੂੰ ਪਤਾ ਸੀ ਕਿ ਉਹ ਮਰਨ ਵਾਲਾ ਹੈ ਕਿਉਂਕਿ ਉਸ ਕੋਲ ਇੰਨਾ ਠੰਡ ਸਹਿਣ ਨਹੀਂ ਸੀ ਹੋਣਾ। He had just enough strength to fly up to the prince's shoulder once more। ਉਸ ਕੋਲ ਸਿਰਫ ਇੰਨੀ ਹੀ ਤਾਕਤ ਬਚੀ ਸੀ ਕਿ ਉਹ ਰਾਜਕੁਮਾਰ ਦੇ ਮੋਢੇ ਤੱਕ ਇੱਕ ਵਾਰ ਫਿਰ ਉੱਡ ਕੇ ਪਹੁੰਚ ਸਕੇ। ਗੁੱਡ ਬਾਏ ਡੀਅਰ ਪ੍ਰਿੰਸ। ਅਲਵਿਦਾ ਪਿਆਰੇ ਰਾਜਕੁਮਾਰ। ਹੀ murmured। ਸਵੈਲੋ ਪੰਛੀ ਬੁੜਬੁੜਾਇਆ। ਵਿਲ ਯੂ ਲੈਟ ਮੀ ਕਿਸ ਯੋਰ ਹੈਂਡ। ਕਿ ਕੀ ਤੁਸੀਂ ਮੈਨੂੰ ਆਪਣਾ ਹੱਥ ਚੁੰਮਣ ਦੋਗੇ। I am glad that you are going to Egypt at last, little swallow, said the prince। ਮੈਨੂੰ ਖੁਸ਼ੀ ਹੈ ਕਿ ਤੁਸੀਂ ਆਖਰਕਾਰ ਮਿਸਰ ਜਾ ਰਹੇ ਹੋ, ਛੋਟੇ ਸਵੈਲੋ ਪੰਛੀ, ਪ੍ਰਿੰਸ ਨੇ ਕਿਹਾ। You have stayed too long here। ਤੁਸੀਂ ਇੱਥੇ ਬਹੁਤ ਲੰਬੇ ਸਮੇਂ ਤੱਕ ਰਹੇ ਹੋ। But you must kiss me on the lips, for I love you। ਕਿ ਤੁਸੀਂ ਮੈਨੂੰ ਬੁੱਲ੍ਹਾਂ 'ਤੇ ਤੁਹਾਨੂੰ ਮੈਨੂੰ ਬੁੱਲ੍ਹਾਂ 'ਤੇ ਚੁੰਮਣਾ ਚਾਹੀਦਾ ਹੈ ਕਿਉਂਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਸਵੈਲੋ ਪੰਛੀ ਨੇ ਪ੍ਰਿੰਸ ਨੂੰ ਪੁੱਛਿਆ ਸੀ ਕਿ ਕੀ ਮੈਂ ਤੁਹਾਡਾ ਹੱਥ ਚੁੰਮ ਸਕਦੀ ਹਾਂ। ਇਸ 'ਤੇ ਪ੍ਰਿੰਸ ਨੇ ਕਿਹਾ ਕਿ ਨਹੀਂ, ਤੁਸੀਂ ਮੇਰੇ ਬੁੱਲ੍ਹਾਂ ਨੂੰ ਚੁੰਮੋ। It is not
to Egypt that I am going, said the swallow. ਉਹ ਮਿਸਰ ਨਹੀਂ ਹੈ ਜਿੱਥੇ ਕਿ ਮੈਂ ਜਾ ਰਿਹਾ ਹਾਂ, ਸੋਲੋ ਪੰਛੀ ਨੇ ਕਿਹਾ। I am going to the house of death. ਮੈਂ ਮੌਤ ਦੇ ਘਰ ਜਾ ਰਿਹਾ ਹਾਂ, ਯਾਨੀ ਕਿ ਮੈਂ ਮਰਨ ਵਾਲਾ ਹਾਂ। Death is the mother of sleep. Brother of sleep. Is he not? ਮੌਤ ਨੀਂਦ ਦਾ ਭਰਾ ਹੈ ਨਾ? ਯਾਨੀ ਕਿ ਮੈਂ ਲੰਮੇ ਗਹਿਰੇ ਨੀਂਦ ਵਿੱਚ ਹਮੇਸ਼ਾ ਲਈ ਜਾ ਰਿਹਾ ਹਾਂ। And he kissed the happy prince on the lips. ਅਤੇ ਉਸਨੇ ਹੈਪੀ ਪ੍ਰਿੰਸ ਦੇ ਬੁੱਲਾਂ 'ਤੇ ਚੁੰਮਿਆ। And fell down dead at his feet. ਅਤੇ ਉਸਦੇ ਪੈਰਾਂ 'ਤੇ ਡਿੱਗ ਕੇ ਮਰ ਗਿਆ। At that moment, a curious crack sounded inside the statue. ਉਸੇ ਸਮੇਂ ਬੁੱਤ ਦੇ ਅੰਦਰ ਇੱਕ ਉਤਸੁਕ ਤਿੜਕ ਦੀ ਆਵਾਜ਼ ਆਈ, ਜਿਵੇਂ ਕਿ as if something had broken, ਜਿਵੇਂ ਕਿ ਕੁਝ ਟੁੱਟ ਗਿਆ ਹੋਵੇ। The fact is that the leaden heart had snapped right into two. ਹਕੀਕਤ ਇਹ ਸੀ ਕਿ ਸ਼ੀਸ਼ੇ ਦਾ ਦਿਲ ਦੋ ਹਿੱਸਿਆਂ ਵਿੱਚ ਟੁੱਟ ਗਿਆ ਸੀ। Snapped means ਟੁੱਟ ਜਾਣਾ। It certainly was dreadfully hard frost. ਇਹ ਯਕੀਨੀ ਤੌਰ 'ਤੇ ਇੱਕ ਭਿਆਨਕ ਸਖਤ ਠੰਡ ਦੇ ਚਲਤੇ ਟੁੱਟ ਗਿਆ ਸੀ। Early the next morning, the mayor was walking in the square below in company with the town councillors. ਅਗਲੀ ਸਵੇਰ ਮੇਅਰ ਟਾਊਨ ਕੌਂਸਲਰਾਂ ਦੇ ਨਾਲ ਹੇਠਾਂ ਚੌਕ ਵਿੱਚ ਸੈਰ ਕਰ ਰਿਹਾ ਸੀ। As they passed the column, he looked up the statue. ਜਿਵੇਂ ਹੀ ਉਹ ਖੰਭ ਦੇ ਨੇੜੇ ਤੋਂ ਲੰਘੇ, ਉਸ ਨੇ ਬੁੱਤ ਵੱਲ ਉੱਤੇ ਦੇਖਿਆ। Dear me, how shabby the happy prince looks. कि प्यारे मेरे, यानी कि ਜਦੋਂ ਇਨਸਾਨ ਕਹਿੰਦਾ ਹੈ ਨਾ ਹਾਏ ਰਾਮ ਹਾਏ ਰੱਬ, ਇਸ ਤਰ੍ਹਾਂ ਦਾ ਐਕਸਕਲੇਮੇਸ਼ਨ। ਹੈਪੀ ਪ੍ਰਿੰਸ ਕਿੰਨਾ ਗੰਦਲਾ ਲੱਗ ਰਿਹਾ ਹੈ। he said, ਉਸਨੇ ਕਿਹਾ। how shabby indeed, cried the town councillors. ਕਿੰਨਾ ਗੰਦਲਾ, ਸੱਚਮੁੱਚ, ਟਾਊਨ ਕੌਂਸਲਰਾਂ ਨੇ ਕਿਹਾ। who always agreed with the mayor. ਉਹ ਜੋ ਹਮੇਸ਼ਾ ਮੇਅਰ ਨਾਲ ਸਹਿਮਤ ਹੁੰਦੇ ਸਨ। and they went up to look at it. ਅਤੇ ਉਹ ਬੁੱਤ ਨੂੰ ਦੇਖਣ ਲਈ ਉੱਪਰ ਤੱਕ ਗਏ। the ruby has fallen out of his sword. ਕਿ ਰੂਬੀ ਉਸ ਦੀ ਤਲਵਾਰ ਵਿੱਚੋਂ ਡਿੱਗ ਗਿਆ ਹੈ। and his eyes are gone. ਅਤੇ ਉਸ ਦੀਆਂ ਅੱਖਾਂ ਚਲੀਆਂ ਗਈਆਂ ਹਨ। and he is golden no longer, said the mayor. ਅਤੇ ਉਹ ਹੁਣ ਸੁਨਹਿਰਾ ਵੀ ਨਹੀਂ ਹੈ, ਮੇਅਰ ਨੇ ਕਿਹਾ। in fact, he is little better than the beggar. ਅਸਲ ਵਿੱਚ ਉਹ ਇੱਕ ਭਿਖਾਰੀ ਨਾਲੋਂ ਥੋੜਾ ਹੀ ਵਧੀਆ ਹੈ। ਯਾਨੀ ਕਿ ਇੱਧਰ ਹੈਪੀ ਪ੍ਰਿੰਸ ਦੇ ਸਟੈਚੂ ਨੂੰ ਇੱਕ ਭਿਖਾਰੀ ਨਾਲ ਕੰਪੇਅਰ ਕੀਤਾ ਜਾ ਰਿਹਾ ਹੈ। little better than the beggar, said the town councillors. ਨਗਰ ਕੌਂਸਲਰਾਂ ਨੇ ਕਿਹਾ, ਭਿਖਾਰੀ ਨਾਲੋਂ ਥੋੜਾ ਚੰਗਾ ਹੈ। ਉਹਨਾਂ ਨੇ ਫਿਰ ਹਾਂ ਵਿੱਚ ਹਾਂ ਮਿਲਾਈ। and here is actually a dead bird at his feet, continued the mayor. ਅਤੇ ਇੱਥੇ ਅਸਲ ਵਿੱਚ ਉਸ ਦੇ ਪੈਰਾਂ ਵਿੱਚ ਇੱਕ ਮਰਿਆ ਹੋਇਆ ਪੰਛੀ ਹੈ। ਮੇਅਰ ਨੇ ਆਪਣੀ ਗੱਲ ਜਾਰੀ ਰੱਖੀ। we must really issue a proclamation. proclamation ਯਾਨੀ ਕਿ ਘੋਸ਼ਣਾ ਪੱਤਰ। ਸਾਨੂੰ ਸੱਚਮੁੱਚ ਇੱਕ ਘੋਸ਼ਣਾ ਜਾਰੀ ਕਰਨੀ ਚਾਹੀਦੀ ਹੈ। that birds are not allowed to die here. ਕਿ ਪੰਛੀਆਂ ਨੂੰ ਇੱਥੇ ਮਰਨ ਦੀ ਇਜਾਜ਼ਤ ਨਹੀਂ ਹੈ। and the town clerk made a note of the suggestion. ਅਤੇ ਟਾਊਨ ਕਲਰਕ ਨੇ ਸੁਝਾਅ ਨੂੰ ਨੋਟ ਕੀਤਾ। so they pulled down the statue of the happy prince. ਇਸ ਲਈ ਉਹਨਾਂ ਨੇ ਹੈਪੀ ਪ੍ਰਿੰਸ ਦੀ ਮੂਰਤੀ ਨੂੰ ਹੇਠਾਂ ਉਤਾਰ ਦਿੱਤਾ। as he is no longer beautiful, he is no longer useful, said the art professor at the university.
ਯੂਨੀਵਰਸਿਟੀ ਦੇ ਆਰਟ ਪ੍ਰੋਫੈਸਰ ਨੇ ਕਿਹਾ, ਕਿਉਂਕਿ ਉਹ ਹੁਣ ਸੁੰਦਰ ਨਹੀਂ ਹੈ, ਇਸ ਲਈ ਉਹ ਉਪਯੋਗੀ ਵੀ ਨਹੀਂ ਰਿਹਾ। ਤੋ ਬੱਚਿਓ, ਇਹੀ ਹੈ ਸੱਚਾਈ ਜ਼ਿੰਦਗੀ ਦੀ। ਉਹਨਾਂ ਨੂੰ ਆਪਣੇ ਰਾਜਕੁਮਾਰ ਲਈ ਕੋਈ ਪਿਆਰ ਨਹੀਂ ਸੀ ਜਾਂ ਸਤਿਕਾਰ ਨਹੀਂ ਸੀ, ਪਰ ਉਹਨਾਂ ਨੇ ਸਿਰਫ ਸੁੰਦਰੀਕਰਨ ਲਈ ਉਸ ਦੀ ਮੂਰਤੀ ਉੱਥੇ ਸੜਕ ਦੇ ਵਿੱਚੋਂ ਵਿੱਚ ਲਗਾਈ ਸੀ। Then they melted the statue in a furnace. ਫਿਰ ਉਹਨਾਂ ਨੇ ਬੁੱਤ ਨੂੰ ਪੱਟੀ ਵਿੱਚ ਪਿਘਲਾ ਦਿੱਤਾ। What a strange thing! ਕੀ ਅਜੀਬ ਗੱਲ ਹੈ, said the overseer of the workmen at the foundry. ਫਾਊਂਡਰੀ ਉਹ ਜਗ੍ਹਾ ਹੁੰਦੀ ਹੈ ਜਿੱਥੇ ਕਿ ਧਾਤੂ ਨੂੰ ਪਿਘਲਾਇਆ ਜਾਂਦਾ ਹੈ। ਤੋ ਕੀ ਅਜੀਬ ਗੱਲ ਹੈ, ਇਹ ਫਾਊਂਡਰੀ ਦੇ ਵਰਕਮੈਨ 'ਤੇ ਨਿਗਰਾਨੀ ਰੱਖਣ ਵਾਲੇ ਨੇ ਕਿਹਾ, ਜੋ ਲੇਬਰਾਂ ਉੱਤੇ ਨਿਗਰਾਨੀ ਰੱਖਦੇ ਹਨ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਓਵਰਸੀਅਰ। This broken lead heart will not melt in the furnace. ਇਹ ਟੁੱਟਿਆ ਹੋਇਆ ਸ਼ੀਸ਼ੇ ਦਾ ਦਿਲ ਪੱਟੀ ਵਿੱਚ ਨਹੀਂ ਪਿਘਲੇਗਾ। We must throw it away. ਸਾਨੂੰ ਇਸ ਨੂੰ ਸੁੱਟ ਦੇਣਾ ਚਾਹੀਦਾ ਹੈ। So they threw it on a dust heap. ਇਸ ਲਈ ਉਹਨਾਂ ਨੇ ਇਸ ਨੂੰ ਮਿੱਟੀ ਦੇ ਢੇਰ 'ਤੇ ਸੁੱਟ ਦਿੱਤਾ। Where the dead swallow was also lying. ਜਿੱਥੇ ਕਿ ਮਰਿਆ ਹੋਇਆ ਸੋਲੋ ਪੰਛੀ ਵੀ ਪਿਆ ਸੀ। Bring me the two most precious things in the city, said God. ਮੈਨੂੰ ਸ਼ਹਿਰ ਦੀਆਂ ਸਭ ਤੋਂ ਕੀਮਤੀ ਚੀਜ਼ਾਂ ਲੈ ਆਓ, said God to one of his angel. ਪਰਮੇਸ਼ਵਰ ਨੇ ਆਪਣੇ ਦੂਤਾਂ ਵਿੱਚੋਂ ਇੱਕ ਦੂਤ ਨੂੰ ਕਿਹਾ। And the angel brought him the lead heart and the dead bird. ਅਤੇ ਦੂਤ ਨੇ ਉਸ ਨੂੰ ਸ਼ੀਸ਼ੇ ਵਾਲਾ ਦਿਲ ਅਤੇ ਮਰਿਆ ਹੋਇਆ ਪੰਛੀ ਲੈ ਆਇਆ। You have rightly chosen, said God. ਤੁਸੀਂ ਠੀਕ ਚੋਣ ਕੀਤਾ ਹੈ, ਪਰਮੇਸ਼ਵਰ ਨੇ ਕਿਹਾ। For in my garden of paradise. ਕਿਉਂਕਿ ਮੇਰੇ ਪੈਰਾਡਾਈਸ ਜਾਂ ਫਿਰਦੌਸ ਦੇ ਬਾਗ ਵਿੱਚ this little bird shall sing forevermore. ਇਹ ਛੋਟਾ ਪੰਛੀ ਸਦਾ ਲਈ ਗਾਏਗਾ। And in my city of gold, the happy prince shall praise me. ਅਤੇ ਮੇਰੇ ਸੋਨੇ ਦੇ ਸ਼ਹਿਰ ਵਿੱਚ ਹੈਪੀ ਪ੍ਰਿੰਸ ਮੇਰੀ ਉਸਤਤ ਕਰੇਗਾ। Written by Oscar Wilde. ਤੋ ਬੱਚਿਓ, ਇਹ ਬਹੁਤ ਹੀ ਜ਼ਿਆਦਾ ਇਮੋਸ਼ਨਲ ਅਤੇ ਜੀਵਨ ਦੀ ਸੱਚਾਈ ਨੂੰ ਦਰਸਾਉਣ ਵਾਲੀ ਕਹਾਣੀ ਸੀ। ਹੁਣ ਆਪਾਂ ਇੱਕ ਇੱਕ ਕਰਕੇ ਦੇਖਦੇ ਹਾਂ ਕਿ ਰਾਜਕੁਮਾਰ ਅਤੇ ਸੋਲੋ ਪੰਛੀ ਨੇ ਕਿਸ ਕਿਸ ਦੀ ਮਦਦ ਕੀਤੀ। ਸਭ ਤੋਂ ਪਹਿਲੇ ਰਾਜਕੁਮਾਰ ਨੇ ਗਰੀਬ ਦਰਜਾਨੀ ਦੀ ਮਦਦ ਕੀਤੀ ਰੂਬੀ ਦੇ ਕੇ। ਨੰਬਰ 2 ਤੇ ਰਾਜਕੁਮਾਰ ਨੇ ਨਾਟਕਕਾਰ ਵਿਦਿਆਰਥੀ ਦੀ ਸੈਫਾਇਰ ਦੇ ਕੇ ਮਦਦ ਕੀਤੀ। ਥਰਡ ਵਿੱਚ ਰਾਜਕੁਮਾਰ ਨੇ ਮਾਚਿਸ ਵੇਚਣ ਵਾਲੀ ਕੁੜੀ ਦੀ ਮਦਦ ਆਪਣੀ ਦੂਜੀ ਸੈਫਾਇਰ ਦੇ ਕੇ ਕੀਤੀ। ਅਖੀਰ ਵਿੱਚ ਰਾਜਕੁਮਾਰ ਨੇ ਗਰੀਬ ਬੱਚਿਆਂ ਦੀ ਮਦਦ ਆਪਣੇ ਸਾਰੇ ਸੋਨੇ ਦੀ ਪਰਤੇ ਦੇ ਕੇ ਕੀਤੀ। So guys, this was your lesson, The Happy Prince. And for all the other lessons, do not forget to subscribe to our channel and definitely share and like this video. Thank you very much everyone. Bye bye.